ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ। ਤੇ ਅੱਜ ਅਸੀਂ ਗੱਲ ਕਰਾਂਗੇ ਇਸ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਰਾਗੜ੍ਹੀ ਦੀ 125ਵੀਂ ਵਰ੍ਹੇਗੰਢ ਦੇ ਉੱਪਰ, ਜਿਹੜੀ ਕਿ 1897 ਦੇ ਵਿੱਚ ਹੋਈ ਸੀ। ਸੋ ਕੀ ਸੀ, ਕਿਸ ਤਰ੍ਹਾਂ ਹੋਈ ਸੀ ਤੇ ਕਿਹੜੇ ਲੋਕਾਂ ਨੇ ਉਹਦੇ ਵਿੱਚ ਜਿਹੜਾ ਕਿ ਆਪਣਾ ਯੋਗਦਾਨ ਪਾਇਆ, ਕਿਸ ਤਰੀਕੇ ਨਾਲ ਪਾਇਆ, ਜਦ ਕਿ ਸਾਰਾਗੜ੍ਹੀ ਦੇ ਵਿੱਚ 22 ਫੌਜੀਆਂ ਦਾ ਬਹੁਤ ਵੱਡਾ ਜ਼ਿਕਰ ਆਉਂਦਾ ਹੈ। ਸੋ ਸਾਡੇ ਨਾਲ ਇਸ ਮਸਲੇ 'ਤੇ ਗੱਲ ਕਰਨਗੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਜਿਹੜੇ ਕਿ ਰੱਖਿਅਕ ਵਿਸ਼ੇਸ਼ਲਕ ਤੇ ਕਾਲਮ ਨਵੀਸ ਨੇ। ਤੋ ਬ੍ਰਿਗੇਡੀਅਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਆ ਕਿ ਸਾਰਾਗੜ੍ਹੀ ਦੇ 125ਵੀਂ ਵਰ੍ਹੇਗੰਢ ਦੇ ਉੱਪਰ ਗੱਲ ਕਰਨੀ ਆ। ਸੋ ਕੀ ਸੀ ਇਹ ਸਾਰਾਗੜ੍ਹੀ, ਕਿਉਂ ਹੋਈ ਸੀ, ਕਿੱਦਾਂ ਹੋਈ ਸੀ, ਇਸ ਦੇ ਉੱਪਰ ਤੁਸੀਂ ਜਿਹੜਾ ਕਿ ਆਪਣਾ ਸਾਰਾ ਜਾਣਕਾਰੀ ਦਿਓ। ਬ੍ਰਿਟਿਸ਼ ਇੰਡੀਆ ਰਾਜ ਸਮੇਂ ਜਦੋਂ ਉਹਨਾਂ ਦੇ ਵਪਾਰੀਆਂ ਦਾ ਰਸਤਾ ਇਹ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਇਸ ਰਸਤੇ ਸੀਗਾ, ਉਸ ਵੇਲੇ ਬ੍ਰਿਟਿਸ਼ ਇੰਡੀਆ ਦਾ ਰਾਜ ਸੀਗਾ। ਅਤੇ ਜਿਹੜੇ ਵਪਾਰੀ ਉੱਥੋਂ ਆਉਂਦੇ ਸਨ ਅਤੇ ਉਹ ਜਿਹੜੇ ਧਾੜਵੀ ਉਗਰ ਜਾਏ ਅਤੇ ਦੂਸਰੇ ਪਠਾਨ ਜਿਤਨੇ ਵੀ ਸਨ ਉਸ ਇਲਾਕੇ ਦੇ, ਉਹਨਾਂ ਤੰਗ ਪਰੇਸ਼ਾਨ ਬੜਾ ਕਰਦੇ ਸਨ ਜਿਹੜੇ ਕਿ ਬ੍ਰਿਟਿਸ਼ ਦੇ ਵਪਾਰੀ ਸਨ। ਅਤੇ ਉਹ ਬ੍ਰਿਟਿਸ਼ ਸਰਕਾਰ ਨੇ ਫਿਰ ਉਸ ਸਮੇਂ ਇਹ ਫੈਸਲਾ ਕੀਤਾ ਕਿ ਇੱਥੇ 36 ਸਿੱਖ, ਜਿਹੜੀ ਕਿ ਅੱਜ ਕੱਲ੍ਹ 4 ਸਿੱਖ ਹੈ, ਉਹਨਾਂ ਨੂੰ ਤੈਨਾਤ ਕੀਤਾ ਜਾਏ। ਠੀਕ ਹੈ। ਸਿੱਖਾਂ ਤੋਂ ਡਰਨਗੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ। ਬਿਲਕੁਲ। ਤੇ ਉੱਥੇ ਦੇ ਬੱਚੇ ਵੀ ਡਰਾਉਂਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ, ਹਰੀ ਸਿੰਘ ਨਲਵੇ ਤੋਂ ਨਾਲ। ਬਿਲਕੁਲ। ਤੋਂ ਉੱਥੇ ਫਿਰ ਇਹਨਾਂ ਨੇ 31 ਦਸੰਬਰ 1896 ਨੂੰ ਸਮਾਨਾ ਰਿਜ ਤੇ 36 ਸਿੱਖ ਨੂੰ ਤੈਨਾਤ ਕਰ ਦਿੱਤਾ। ਉਹਨੂੰ ਫਿਰ 2 ਭਾਗਾਂ 'ਚ ਵੰਡਿਆ ਗਿਆ। ਇੱਕ ਪਾਸੇ ਕਰਨਲ ਹਾਊਸਟਨ ਜੋ ਕਮਾਂਡਿੰਗ ਆਫਸਰ ਜੇ ਹਾਊਸਟਨ, ਅਤੇ ਦੂਜੇ ਪਾਸੇ ਕੈਪਟਨ ਬੀ ਗੌਰਡਨ, ਉਹਨੂੰ 2 ਖੱਬੇ ਪਾਸੇ, ਸੱਜਾ ਅਤੇ ਖੱਬੇ। ਸੱਜੇ ਪਾਸੇ ਜਿਹੜਾ ਸੀ ਉਹਦੇ 'ਚ ਸਾਰਾਗੜ੍ਹੀ, ਸੰਗੜ, ਸਰਤੋਪ, ਇਹੋ ਜਿਹੀਆਂ ਜਿਹੜੀਆਂ ਪਿਕਟਾਂ ਸਨ। ਅਤੇ ਉਹਦੇ ਵਿੱਚ ਸਾਰਾਗੜ੍ਹੀ, ਅਤੇ ਸਾਰਾਗੜ੍ਹੀ ਜਿਹੜਾ ਸੀਗਾ ਉਹਦੇ ਵਿੱਚ 36 ਸਿੱਖ ਦੀ ਇੱਕ ਟੁਕੜੀ, 22 ਸੈਨਿਕਾਂ ਦੀ 'ਚ 21 ਸਿੱਖ ਅਤੇ 1 ਸੇਵਾਦਾਰ, ਉਹਨਾਂ ਨੂੰ ਉੱਥੇ ਤੈਨਾਤ ਕੀਤਾ ਗਿਆ। ਅਤੇ ਇਹਨਾਂ ਨੂੰ 2 ਜੂਨ ਦੇ ਮਹੀਨੇ 'ਚ ਉੱਥੇ ਭੇਜ ਦਿੱਤਾ ਗਿਆ, ਜੂਨ 1897 'ਚ। ਅਤੇ ਜਿਹੜੇ ਧਾੜਵੀ ਸਨ ਉਹਨਾਂ ਨੇ ਬਣਾਇਆ ਕਿ ਇਹ ਬਹੁਤ ਵੱਡੀ ਇੱਕ ਟੈਕਟੀਕਲ ਜਗ੍ਹਾ ਸੀ, ਜਿੱਥੋਂ ਕਿ ਉਹ ਸਮਝਦੇ ਸਨ ਕਿ ਜੇ ਇਹਨੂੰ ਕਾਬੂ ਕਰ ਲਓ ਅਤੇ ਸਾਡਾ ਰਸਤਾ ਸਾਫ਼, ਅਸੀਂ ਉਹਨਾਂ ਨੂੰ ਰੋਕ ਪਾਉਣ 'ਚ ਕਾਮਯਾਬ ਹੋ ਜਾਵਾਂਗੇ। ਜਿਹੜੇ ਵਪਾਰੀ ਬਿਲਕੁਲ ਕਾਬੂ ਹੋ ਜਾਏਗੀ ਸਾਡੀ ਪੋਸਟ। ਅਤੇ ਇਹ ਸਾਰਾਗੜ੍ਹੀ ਪੋਸਟ ਕੋਈ ਪੱਕੀ ਪੋਸਟ ਨਹੀਂ ਸੀ, ਗਾਰੇ ਗੁਰੇ ਨਾਲ ਬਣਾਈ ਹੋਈ। ਇਹ ਉਸ ਵੇਲੇ ਤਿਆਰ ਕੀਤੀ ਗਈ। ਠੀਕ ਹੈ। ਇੱਕ ਛੋਟੀ ਟੇਕਰੀ ਦੇ ਉੱਤੇ ਤਿਆਰ ਕੀਤੀ ਗਈ ਪੋਸਟ ਸੀਗੀ। ਅਤੇ ਫਿਰ ਉੱਥੇ ਜਦੋਂ ਇਹਨਾਂ ਧਾੜਵੀਆਂ ਨੇ ਇਕੱਠੇ ਹੋ ਕੇ ਦੇਖਿਆ ਕਿ ਇੱਥੇ ਸਿੱਖ ਫੌਜੀ ਤੈਨਾਤ ਨੇ, ਹਾਂਜੀ, ਉਹਨਾਂ ਨੇ ਫਿਰ ਇਹ ਪਲਾਨ ਬਣਾਈ ਕਿ ਇਹਨੂੰ ਪਹਿਲੋਂ ਉਖੇੜਿਆ ਜਾਏ ਅਤੇ ਹਮਲਾ ਕੀਤਾ ਜਾਏ। ਅਤੇ ਟੋਟਲ ਦੇ 10,000 ਦੇ ਕਰੀਬ ਅਫਰੀਦੀ, ਅੱਛਾ ਜੀ, ਪਠਾਨ ਸਾਰੇ ਇਲਾਕੇ ਸਨ। ਠੀਕ ਅਤੇ ਇਸ ਪਾਸੇ ਜ਼ਿਆਦਾ ਦੌੜ ਦਿੱਤਾ ਗਿਆ। ਇਨੀਸ਼ੀਅਲੀ ਘੱਟ, ਫਿਰ ਬਾਅਦ 'ਚ ਵਧੇਗਾ। ਠੀਕ ਹੈ। 12 ਸਤੰਬਰ ਹਾਂਜੀ, ਸਵੇਰੇ 9:30 ਵਜੇ ਉਹਨਾਂ ਨੇ ਪਹਿਲਾ ਹਮਲਾ ਕੀਤਾ, ਜਿਹੜੇ ਕਿ ਉਹਦੇ 'ਤੇ ਜਿੰਨੇ ਸਾਡੇ ਇਹ ਸੂਰਬੀਰ ਯੋਧੇ ਸਨ, ਇਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਬਹੁਤ ਸਾਰੇ ਮਾਰੇ ਗਏ, ਜ਼ਖਮੀ ਹੋਏ, ਅਤੇ ਭਗੌੜੇ ਵੀ ਹੋ ਗਏ, ਨਿਕਲ ਗਏ ਉੱਥੋਂ ਜਿਹੜੇ ਕਿ ਅਟੈਕ ਕਰਨ ਵਾਲੇ। ਮਗਰ ਇਹ ਸਾਰਾ ਦਿਨ 12 ਸਤੰਬਰ ਇਹ ਸਾਰਾ ਦਿਨ ਇਹ ਲੜਾਈ ਜਾਰੀ ਰਹੀ। ਅਤੇ ਅਖੀਰ 'ਤੇ ਇੱਕ ਸਮਾਂ ਇਹੋ ਜਿਹਾ ਆ ਗਿਆ ਜਦੋਂ ਕਿ ਅਸਲਾ, ਗੋਲਾ ਬਾਰੂਦ, ਰਾਸ਼ਨ ਪਾਣੀ ਖਤਮ ਹੁੰਦਾ ਗਿਆ। ਠੀਕ। ਕਿਉਂਕਿ ਉਹਦੇ ਵਾਸਤੇ ਰੀਇਨਫੋਰਸਮੈਂਟ ਨਹੀਂ ਸੀ, ਕੈਰੀਜਨ 5 ਕਿਲੋਮੀਟਰ ਦੂਰ ਕੋਈ ਸਾਧਨ ਨਹੀਂ ਭੇਜਣ ਦੇ, ਅਤੇ ਸਿਰਫ ਇੱਕ ਹੈਲੋਗ੍ਰਾਫ ਸ਼ੀਸ਼ਾ ਹੁੰਦਾ ਸੀ ਜਿਹਦੇ ਜ਼ਰੀਏ ਉਹ ਉੱਥੇ ਸੰਪਰਕ ਕਰਦੇ ਸਕਣ। ਅਤੇ ਫਿਰ ਹੌਲਦਾਰ ਈਸ਼ਨ ਸਿੰਘ ਜੋ ਕਿ ਕਮਾਂਡਰ ਸੀਗਾ, ਉਹਨੇ ਆਪਣੇ ਬਾਕੀ ਇੱਕ 20 ਦੇ ਨਾਲ ਆਪਣਾ ਪਾ ਕੇ ਇੱਕ ਮਤਾ ਪਕਾਇਆ ਗੁਰੂ ਸਾਹਿਬਾਂ ਦੇ। ਉਹਨਾਂ ਦੇ ਬੜਾ ਜਜ਼ਬਾ ਸੀ ਅਤੇ ਗੁਰਬਾਣੀ, ਅਤੇ ਦੇਖੋ ਉਸ ਸਮੇਂ 'ਤੇ ਖਾਸ ਤੌਰ 'ਤੇ ਬੜਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਰਾਜਕਾਲ ਖਤਮ ਹੋਇਆ ਹੀ ਸੀ। ਬਿਲਕੁਲ। ਮਗਰ ਇਹ ਪ੍ਰਭਾਵ ਤੇ ਉਹ ਮਤਾ ਪਕਾਇਆ ਕਿ ਅਸੀਂ 1 ਇੰਚ ਵੀ ਜ਼ਮੀਨ ਦਾ ਦੁਸ਼ਮਣ ਲੈਣ ਦੇਣਾ, ਇੱਕ ਇੱਕ ਕਰਕੇ ਸ਼ਹਾਦਤ ਕਰਾਉਂਦੇ। ਅਤੇ ਆਖਿਰ ਐਸਾ ਹੀ ਹੋਇਆ। ਅਤੇ ਅਖੀਰ 'ਤੇ ਕੁਛ ਇੱਕ ਧਾੜਵੀ ਪਹਿਲੋਂ ਦੇ 500-600-6000 ਦੇ ਕਰੀਬ
ਉਹਨਾਂ ਨੇ ਗੋਲੀਆਂ ਉਹਨਾਂ ਨੂੰ ਮਾਰਦੇ ਤੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਨੇ ਝਾੜੀਆਂ ਨੂੰ ਅਟੈਕਰ ਜਿਹੜੇ ਸਨ ਉਹਨਾਂ ਨੇ ਝਾੜੀ ਨੂੰ ਅੱਗ ਲਾਤੀ ਤੇ ਉਸ ਧੂਏ ਦੇ ਵਿੱਚ ਚਮਕੇ ਤੇ ਕੁਛ ਇੱਕ ਅੰਦਰ ਆ ਗਏ ਤੇ ਫਿਰ ਹੱਥੋਂ ਪਾਈ ਦੂਜੀ ਜੰਗ ਛੁੜੀ ਹੋ ਗਈ ਤੇ ਮਗਰ ਆਪਣੇ ਜਿਹੜੇ 21 ਯੋਧੇ ਤੇ ਇੱਕ ਉਹ ਵੀ 22ਵਾਂ ਇੱਕ ਇੱਕ ਕਰਕੇ ਉਹਨਾਂ ਨੇ ਦੁਸ਼ਮਣ ਦੇ ਆਖਰੀ ਗੋਲੀ ਨਾਲ ਲੜਦਿਆਂ ਉਹਨਾਂ ਨੂੰ ਮਾਰ ਮੁਕਾਉਂਦਿਆਂ ਆਪਣੇ ਜੀਂਦੇ ਜੀ ਉਹਨਾਂ ਨੇ ਦੇਖੋ ਦੁਸ਼ਮਣ ਨੂੰ ਇਸ ਜਿਹੜੀ ਉਹਨਾਂ ਦੀ ਪਹੁੰਚ ਸੀਗੀ ਜਿੱਥੇ ਕਿ ਉਹਨਾਂ ਨੂੰ ਡਿਊਟੀ ਮਿਲੀ ਸੀ ਉੱਥੇ ਦਾਖਲ ਹੋ ਵੀ ਗਏ ਤੇ ਛੱਡੀ ਨਹੀਂ ਜਦੋਂ ਤੱਕ ਆਖਰੀ ਗੋਲੀ ਲੜਦਿਆਂ ਆਪਣੀ ਜਾਨਾਂ ਨੂੰ ਨਿਸ਼ਾਵਰ ਕਰਦੇ। ਉਸ ਸਮੇਂ ਦੀ ਬ੍ਰਿਟਿਸ਼ ਪਾਰਲੀਮੈਂਟ ਨੇ ਜਦੋਂ ਇਹ ਉੱਥੇ ਕਥਾ ਸੁਣਾਈ ਗਈ ਤੇ ਆਪ ਮੁਹਾਰੇ ਉੱਠ ਕੇ ਸਾਰੇ ਮੈਂਬਰ ਪਾਰਲੀਮੈਂਟ ਸ਼ਰਧਾਂਜਲੀ ਭੇਟ ਖੜੇ ਹੋਏ ਆਪ ਮੁਹਾਰੇ। ਵਿਕਟੋਰੀਆ ਨੇ ਉਸ ਸਮੇਂ ਉਹਨਾਂ ਨੂੰ 21 ਨੂੰ ਸਭ ਤੋਂ ਉੱਤਮ ਪੁਰਸਕਾਰ ਅਵਾਰਡ ਜਿਹੜਾ ਸੀਗਾ ਉਹ ਇੰਡੀਅਨ ਆਰਡਰ ਆਫ ਮੈਰਿਟ ਇੰਡੀਅਨ ਵਾਸਤੇ ਜਿਹੜਾ ਕਿ ਅੱਜ ਕੱਲ੍ਹ ਦੇ ਪਰਮਵੀਰ ਚੱਕਰ ਬਤਾਵੇ ਉਹਨੂੰ ਦਿੱਤਾ ਗਿਆ ਨਾਲ ਦੋ ਉਹਨਾਂ ਦੇ ਪਰਿਵਾਰ ਨੂੰ 2 ਏਕੜ ਜ਼ਮੀਨ 500 ਰੁਪਇਆ ਨਕਦੀ ਦਿੱਤਾ ਗਿਆ। ਬ੍ਰਿਗੇਡੀਅਰ ਸਾਹਿਬ ਵੀ ਅਸੀਂ ਜਿਹੜਾ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ ਅੱਜ ਜਿਹੜਾ ਨੇ ਸਾਰਾ ਗੜੀ ਦੇ ਵਿੱਚ ਜਿਹੜੇ ਆ ਕਿ ਬਾਈ ਸਿੰਘ ਜਿਹੜੇ ਫੌਜੀ ਦੇ ਰੂਪ 'ਚ ਸੀਗੇ ਉਹਨਾਂ ਨੇ ਪੂਰਾ ਜਾਣੀ ਕਿ ਆਪਣਾ ਸਰੀਰ ਲਾ ਕੇ ਆਪਣਾ ਪੂਰਾ ਜ਼ੋਰ ਲਾ ਕੇ ਗੁਰੂ ਸਾਹਿਬ ਨੂੰ ਯਾਦ ਕਰਕੇ ਜਿਹੜਾ ਕਿ ਇਹ ਜੰਗ ਲੜੀ ਹੈ ਉਹਨਾਂ ਦੇ ਜੇਕਰ ਨਾਂ ਵੀ ਦੱਸ ਦਿੱਤੇ ਜਾਣ ਤੇ ਮੇਰੇ ਖਿਆਲ ਵੀ ਸੋਨੇ ਤੇ ਸੁਹਾਗਾ ਹੋ ਜਾਏਗਾ। ਦੇਖੋ ਉਹਨਾਂ ਦੇ ਨਾਂ ਤੇ ਮੇਰੇ ਲੇਖ 'ਚ ਵੀ ਛਪੇ ਨੇ ਹਾਂਜੀ ਤੇ ਉਹ ਇੱਥੇ ਸਕਰੀਨ ਤੇ ਵੀ ਤੁਸੀਂ ਉਹਨਾਂ ਦੇ ਕਰ ਸਕਦੇ ਹੋ ਬਿਲਕੁਲ ਮਗਰ ਉਹ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨਾਂ ਸਾਰਿਆਂ ਦੀ ਉਮਰ ਜਿਹੜੀ ਕਿ ਬਾਅਦ 'ਚ ਰਿਲੇਟ ਕੀਤਾ ਹਾਂਜੀ ਕਿ ਉਹ ਤਾਂ ਬਿਹਤਰ ਹੋਏਗਾ ਕਿ ਉਹਨਾਂ ਦੀ ਫੋਟੋ ਵੀ ਨਾਲ ਇੱਥੇ ਸਕਰੀਨ ਤੇ ਤੁਸੀਂ ਬਾਅਦ 'ਚ ਵੀ ਇਹਨੂੰ ਬਿਲਕੁਲ ਕਰ ਸਕਦੇ ਹੋ ਕਿ ਉਹਨਾਂ ਦੀ ਉਮਰ ਉਸ ਸਮੇਂ 24 ਸਾਲ ਦੇ ਸਨ ਤੇ ਅਖੀਰ 40 ਸਾਲ ਤੱਕ ਤੇ ਮੈਂ ਆਪਣੇ ਲੇਖ 'ਚ ਵੀ ਜਿਹੜਾ ਮੇਰਾ ਕੱਲ੍ਹ ਪ੍ਰਕਾਸ਼ਿਤ ਹੋਇਆ ਉਹਦੇ 'ਚ ਜ਼ਿਕਰ ਕੀਤਾ ਹੈ ਉਹਨਾਂ ਦੀ ਉਮਰ ਜ਼ਿਕਰ ਕਰਨ ਦਾ ਮਤਲਬ ਇਹ ਹੋਈ ਸੀਗਾ ਕਿ ਉਹਨਾਂ ਦੀ ਇੰਨੀ ਸਿਖਲਾਈ ਉਹਨਾਂ ਦਾ ਇੰਨਾ ਦੇਖੋ ਤਜਰਬਾ ਇੰਨਾ ਉਹਨਾਂ ਦੀਆਂ ਜਿਹੜੀਆਂ ਰਸਮੋ ਰਿਵਾਜ ਪਲਟਨਾਂ ਦੀਆਂ ਉਹ ਜਜ਼ਬਾ ਕੁੱਟ ਕੇ ਭਰਿਆ ਹੋਇਆ ਸੀ ਤੇ ਕੀ ਮੈਂ ਉਹ ਕੰਪੈਰੀਜ਼ਨ ਕੀਤਾ ਕਿ ਇਸ ਘੱਟ ਉਮਰ ਵਾਲੇ ਅਗਨੀਵੀਰ ਤੇ ਘੱਟ ਸਰਵਿਸ ਵਾਲੇ ਤੇ ਘੱਟ ਸਿਖਲਾਈ ਵਾਲੇ ਕਿ ਇਸ ਕਿਸਮ ਦਾ ਸ਼ਕਤੀ ਪ੍ਰਦਰਸ਼ਨ ਕਰ ਸਕਣਗੇ ਮੈਨੂੰ ਸ਼ੱਕ ਹੈ। ਤੇ ਹੁਣ ਬ੍ਰਿਟਿਸ਼ ਸਰਕਾਰ ਉਸ ਸਮੇਂ ਤੱਕ ਫਰਾਂਸ ਦੀਆਂ ਕਿਤਾਬਾਂ 'ਚ ਵੀ ਦੂਜੇ ਪੜ੍ਹਾਈ ਜਾਂਦੀ ਸੀ ਇਹ ਜਿਹੜੀ ਇਹਦੀ ਕਥਾ ਹੈ ਬ੍ਰਿਟਿਸ਼ ਤੇ ਹੈ ਹੀ ਉਹ ਅੱਜ ਵੀ ਬੜਾ ਸਤਿਕਾਰ ਕਰਦੇ ਉੱਥੇ ਮੈਮੋਰੀਅਲ ਨੇ ਉੱਥੇ ਉਹਨਾਂ ਨੇ ਹਰ ਸਾਲ ਸ਼ਰਧਾ ਰਿਪੋਰਟ ਭੇਟ ਕਰਦੇ ਨੇ ਔਰ ਇੱਥੇ ਵੀ ਡੈਲੀਗੇਸ਼ਨ ਆਉਂਦਾ ਰਹਿੰਦਾ। ਤੇ ਆਪਣਾ ਬ੍ਰਿਗੇਡੀਅਰ ਸਾਹਿਬ ਵੀ ਜਿਹੜੇ ਬਾਈ ਫੌਜੀ ਸੀਗੇ ਜਿਹੜੇ ਲੜਾਈ ਲੜ ਰਹੇ ਸੀਗੇ ਸਾਰਾ ਗੜੀ ਦੇ ਵਿੱਚ ਆਪਣਾ ਮੋਰਚਾਬੰਦੀ ਕਰਕੇ ਬੈਠੇ ਸੀਗੇ ਤੇ ਇਹਨਾਂ ਦੇ ਵਿੱਚ ਇੱਕ ਐਨਸੀ ਜਿਹੜਾ ਕੈਂਪਰ ਸੇਵਾਦਾਰ ਸੀਗਾ ਖੁਦਾ ਦਾਤ ਦਾ ਵੀ ਜ਼ਿਕਰ ਹੁੰਦਾ ਆ ਉਹਦੀ ਕੀ ਜ਼ਿੰਮੇਵਾਰੀ ਸੀ ਉਹਨੇ ਕੀ ਅਜਿਹਾ ਕੀਤਾ ਸੀਗਾ ਕਿ ਜਿਹੜਾ ਉਹਦਾ ਨਾਮ ਲਏ ਬਿਨਾਂ ਸਾਰਾ ਗੜੀ ਦੀ ਜਿਹੜੀ ਜੰਗ ਦੀ ਗਾਥਾ ਆ ਅਧੂਰੀ ਰਹਿ ਜਾਂਦੀ ਹੈ। ਦੇਖੋ ਗੱਲ ਇਸ ਤਰ੍ਹਾਂ ਕਿ ਇਹ ਜਿਹੜੀ ਫੌਜ ਸਾਡੀ ਇੱਕ ਨਾਨ ਕੰਬੈਟੈਂਟ ਇਨਰੋਲਡ ਹੁੰਦੇ ਨੇ ਜਿਹੜੇ ਕਿ ਸਫਾਈ ਸੇਵਕ ਵਗੈਰਾ ਹੁੰਦੇ ਹਾਂਜੀ ਤੇ ਉਹ ਉਹਨਾਂ ਨੂੰ ਹਥਿਆਰ ਨਹੀਂ ਇਸ਼ੂ ਹੁੰਦੇ ਮਗਰ ਕਿਉਂਕਿ ਅਸੀਂ ਪਲਟਨਾ ਕਮਾਂਡ ਕੀਤੀਆਂ ਸਾਨੂੰ ਪਤਾ ਮਗਰ ਉਹਨਾਂ ਨੂੰ ਸਿਖਲਾਈ ਜ਼ਰੂਰ ਦਿੱਤੀ ਜਾਂਦੀ ਕੱਲ੍ਹ ਨੂੰ ਲੋੜ ਪਏ ਟ੍ਰੇਨਿੰਗ ਦੀ ਜ਼ਰੂਰਤ ਦਿੱਤੀ ਜਾਂਦੀ ਤੇ ਉਹ ਇਸਤੇਮਾਲ ਕਰ ਸਕਣਗੇ ਉਹਨਾਂ ਦੀ ਫਾਇਰਿੰਗ ਕਰਵਾ ਕੇ ਟੈਸਟ ਕੀਤਾ ਠੀਕ ਹੈ ਤੇ ਇਹ ਖੁਦਾ ਦਾ ਜਿਹੜਾ ਸੀਗਾ ਇੱਕ ਕੁੱਕ ਦਾ ਵੀ ਕੰਮ ਕਰਦਾ ਸੀ ਆਫਟਰ ਆਲ ਬਾਕੀ ਲਾਂਗਰੀ ਦਾ ਵੀ ਕੰਮ ਸਫਾਈ ਦਾ ਵੀ ਕੰਮ ਸਾਰੇ ਕੰਮ ਕਰਦਾ ਸੀ ਤੇ ਉਹਨੇ ਵੀ ਜਦੋਂ ਇਹ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀ ਗਏ ਤੇ ਉਹ ਆਖਰੀ ਤੇ ਇੱਕ ਤੇ ਸਵਾਈ ਗੁਰਮੁਖ ਸਿੰਘ ਸੀਗਾ ਜਿਹੜਾ ਕਿ ਹੈਲੋਗ੍ਰਾਫ ਸ਼ੀਸ਼ੇ ਦੇ ਨਾਲ ਸੰਦੇਸ਼ ਦੇ ਰਿਹਾ ਸੀ ਉਹਨੇ ਵੀ ਆਖਰੀ ਉੱਥੋਂ ਇਜਾਜ਼ਤ ਲੈ ਕੇ ਤੇ ਉਹਨੇ ਵੀ ਆਪਣਾ ਹਥਿਆਰ ਚੁੱਕ ਕੇ ਤੇ ਲੜਿਆ ਮਗਰ ਸਿਪਾਹੀ ਇਹ ਜਿਹੜਾ ਖੁਦਾਦਾਰ ਸੀਗਾ ਸਿਪਾਹੀ ਸੇਵਕ ਜਾਂ ਸੇਵਾਦਾਰ ਇਹਨੇ ਵੀ ਹਥਿਆਰ ਚੁੱਕ ਕੇ ਜੋ ਆਪਣੇ ਉੱਥੇ ਸ਼ਹੀਦ ਹੋ ਗਏ ਸਨ ਡਿੱਗ ਪਏ ਸਨ ਉਹਨਾਂ ਦਾ ਹਥਿਆਰ ਚੁੱਕ ਕੇ ਇਹ ਵੀ ਆਪਣੀ ਰਾਈਫਲ ਦੇ ਬਿਨਟ ਦਾ ਕਿਉਂ ਅਸਲਾ ਤੇ ਖਤਮ ਹੋ ਚੁੱਕਿਆ ਸੀ ਇਹਨੇ ਵੀ ਦੁਸ਼ਮਣ ਦੇ ਉਹਨਾਂ ਨੂੰ ਆਪਣੀ ਰਾਈਫਲ ਦੇ ਬਿਨਟ 'ਚ ਪਰੋਇਆ। ਅਫਸੋਸ ਦੀ ਗੱਲ ਹੈ ਕਿਉਂਕਿ ਉਹਨਾਂ ਦਾ ਫਿਰ ਆਪਣੀ ਨਿਯਮਾਵਲੀ ਸੀ ਬ੍ਰਿਟਿਸ਼ ਇੰਡੀਆ ਸਰਕਾਰ ਨੇ ਇੱਕੀਆਂ ਨੂੰ ਸਿੱਖਿਆ ਨੂੰ ਤੇ ਸੂਰਬੀਰਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਹਨਾਂ ਨੂੰ ਹਾਇਰਸਟ ਗੈਲਰੀ ਅਵਾਰਡ ਦਿੱਤਾ। ਮੈਂ ਤੇ 22 ਦੇ 22 ਸੂਰਬੀਰਾਂ ਨੂੰ ਸੈਲੂਟ ਵੀ ਕਰਦਾ ਹਾਂ ਸ਼ਰਧਾਂਜਲੀ ਦਿੰਦਾ ਹਾਂ ਔਰ ਉਹਦਾ ਬੜਾ ਵੱਡਾ ਯੋਗਦਾਨ ਹੈ ਮਗਰ ਕਿਉਂ ਨਹੀਂ ਦਿੱਤਾ ਗਿਆ ਉਹ ਸ਼ਾਇਦ ਇੱਕੋ ਕਾਰਨ ਇਹ ਵੀ ਹੋ ਸਕਦਾ ਕਿ ਨਾਨ ਕੈਪੀਟਲ ਰੋਲ ਸੀ। ਮਗਰ ਮੈਂ ਇਸ ਗੱਲ ਦੀ ਵੀ ਦੱਸ ਦੇਣਾ ਕੈਪਟਨ ਅਮਰਿੰਦਰ ਸਿੰਘ ਨੇ ਜੋ ਆਪਣੀ ਕਿਤਾਬ ਲਿਖੀ ਹੈ ਉਹਨੇ ਆਪਣੀ ਕਿਤਾਬ ਦੇ ਵਿੱਚ ਖੁਦਾ ਦਾਤ ਨੂੰ ਹੀ ਸਮਰਪਿਤ ਕਰ ਦਿੱਤੀ ਹੈ ਕਿਤਾਬ
ਬਿਲਕੁਲ ਇੱਕ ਛੋਟੀ ਪਿਛੜੀ ਸ਼੍ਰੇਣੀ ਦੇ ਹੂੰ। ਵਿਅਕਤੀ ਨੂੰ ਅਸੀਂ ਨਾਲ ਲੈ ਕੇ ਨਹੀਂ ਚੱਲਾਂਗੇ। ਹੂੰ। ਇਹ ਬ੍ਰਿਟਿਸ਼ ਇੰਡੀਆ ਸਰਕਾਰ ਸਮੇਂ ਆਪੋ ਬਿਲਕੁਲ ਆਪਣੇ ਜੀ। ਆਰਡਰ ਕਿਦਾਂ ਕਿਸਮ ਦਾ ਅਸੀਂ ਤੇ ਮੈਨੂੰ ਪਤਾ ਮੇਰਾ ਕੁੱਖ ਮੇਰੇ ਜਿਹੜੇ ਬਾਕੀ ਸਵਾਈ ਸਿੱਖੇ ਅਸੀਂ ਉਹਨਾਂ ਨੂੰ ਵੀ ਉਤਸ਼ਾਹ ਕਰਦੇ ਰਹੇ ਔਰ ਫੌਜ ਦੇ ਵਿੱਚ ਕਈਆਂ ਨੂੰ ਤੇ ਉਹਨਾਂ ਬਹਾਦਰੀ ਪੁਰਸਕਾਰ ਵੀ ਮਿਲੇ ਨੇ। ਹੂੰ। ਤਾਂ ਇਹ ਇੱਕ ਥੋੜੀ ਜਿਹੀ ਇਸ ਸਾਕੇ ਵਿੱਚ ਮੈਂ ਸਮਝਦਾ ਕਿ ਥੋੜੀ ਕੋਈ ਕਮੀ ਪੇਸ਼ੀ ਰਹਿ ਗਈ। ਬਿਲਕੁਲ ਬ੍ਰਿਗੇਡੀਅਰ ਸਾਹਿਬ ਜਿਵੇਂ ਕਿ ਤੁਸੀਂ ਜਿਹੜੀ ਸਾਰਾਗੜ੍ਹੀ ਸੰਸਥਾ ਹੈਗੀ ਆ ਜਿਹੜੀ ਕਿ ਸਾਰੀ ਖੋਜ ਵੀ ਕਰਦੀ ਹੈ ਜੇ ਅਸੀਂ ਗੁਰਵਿੰਦਰ ਸਿੰਘ ਜੀ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਡੇ ਨਾਲ ਲੱਗੇ ਨੇ ਸਾਰਾ ਕੁਝ ਤੁਸੀਂ ਕਰ ਰਹੇ ਹੋ ਤੁਸੀਂ ਸੇਵਾ ਨਿਭਾਈ ਹੈ ਅਤੇ ਹੁਣ ਵੀ ਜਿਹੜੀ ਆ ਕਿ ਤੁਸੀਂ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹੋ ਅਤੇ ਸਾਰਾਗੜ੍ਹੀ ਦੇ ਜਿਹੜੇ ਕਿ ਸੰਦਰਭ ਕੀ ਕਾਰਜ ਕਰ ਰਹੇ ਹੋ ਤੁਸੀਂ ਅਤੇ ਕੀ ਆਪਣਾ ਅੱਜ ਤੱਕ ਕੀਤਾ ਜਾ ਰਿਹਾ? ਦੇਖੋ ਸਾਰਾਗੜ੍ਹੀ ਸੰਸਥਾ 'ਚ ਮੈਂ ਪ੍ਰਧਾਨ ਰਿਹਾ ਸਾਰਾਗੜ੍ਹੀ ਫਾਊਂਡੇਸ਼ਨ 'ਚ ਔਰ ਉਸ ਤੋਂ ਪਹਿਲੋਂ ਵੀ ਇਸ ਤੋਂ ਪਹਿਲੋਂ ਕਿ ਦੋਵੇਂ ਸੰਸਥਾਵਾਂ ਮਰਜ ਹੋ ਗਈਆਂ ਸਾਡੀ ਜਿਹੜਾ ਵਿਰਸਾ ਫਾਊਂਡੇਸ਼ਨ ਲੁਧਿਆਣੇ ਵਿੱਚ ਸੀ ਮੈਂ ਉਹਦਾ ਮੈਂਬਰ ਸੀਗਾ ਅਤੇ ਉਹਦੇ ਵਿੱਚ ਖਾਲਸਾ ਰਣਜੀਤ ਸਿੰਘ ਜਿਹੜੇ ਐਡਵਾਈਜ਼ਰ ਰਹੇ ਨੇ SGPC ਪ੍ਰੈਜ਼ੀਡੈਂਟ ਦੇ ਉਹਨਾਂ ਦੇ ਨਾਲ ਮੈਂ ਜੁੜਿਆ ਸੀਗਾ ਅਤੇ ਫਿਰ ਅਸੀਂ ਇਹ ਜੋਸਨ ਸਾਹਿਬ ਵੀ ਆ ਗਏ ਅਤੇ ਅਸੀਂ ਮਰਜ ਹੋ ਗਏ ਮੈਨੂੰ ਪ੍ਰਧਾਨ ਲਗਾਇਆ ਗਿਆ। ਮੇਰਾ ਇਹ ਵਿਚਾਰ ਰਿਹਾ ਹੈ ਠੀਕ ਹੈ ਅਸੀਂ ਬ੍ਰਿਟਿਸ਼ ਇੰਡੀਆ ਡੈਲੀਗੇਸ਼ਨ ਸਮੇਂ ਵੀ ਆਏ ਅਸੀਂ ਉਹਨਾਂ ਨੂੰ ਨਾਲ ਲੈ ਕੇ ਖਾਸ ਤੌਰ 'ਤੇ ਫਿਰੋਜ਼ਪੁਰ ਅਤੇ ਬਾਕੀ ਉਹਨਾਂ ਦੇ ਕੋਈ ਪਿੰਡਾਂ 'ਚ ਵੀ ਗਏ ਉੱਥੇ ਇਸ ਨੂੰ ਉਜਾਗਰ ਕਰਨ ਦੇ ਸਾਰੇ ਉਪਰਾਲੇ ਕੀਤੇ। ਗੋਲਡਨ ਟੈਂਪਲ ਹਰਿਮੰਦਰ ਸਾਹਿਬ ਵੀ ਗਏ ਉੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਯਾਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਵੀ ਸਨਮਾਨਿਤ ਕੀਤਾ। ਜਦੋਂ ਅਸੀਂ ਚੰਡੀਗੜ੍ਹ ਆਏ ਅਤੇ ਮੈਨੂੰ ਯਾਦ ਹੈ ਕਿ ਡਿਪਟੀ ਹਰਿਆਣਾ ਦੇ ਡਿਪਟੀ ਚੀਫ ਮਿਨਿਸਟਰ ਦੁਸ਼ਯੰਤ ਚੌਟਾਲਾ ਨਾਲ ਮੀਟਿੰਗ ਹੋਈ ਅਤੇ ਉੱਥੇ ਗੱਲਬਾਤ ਕਰਦਿਆਂ ਮੈਂ ਉਹਨਾਂ ਨੂੰ ਕਿਹਾ ਕਿ ਇਸ ਕਿਸਮ ਦੇ ਜਿਹੜੇ ਕਾਰਨਾਮੇ ਨੇ ਪੰਜਾਬ 'ਚ ਸਾਨੂੰ ਪਤਾ ਲੱਗਿਆ ਉਹਦੀ ਗੱਲ ਮੈਂ ਕਰ ਦਿਆਂਗਾ ਕਿ ਮੈਂ ਕਿਹਾ ਇਹਨਾਂ ਨੂੰ ਮੈਂ ਕਿਹਾ ਹਰਿਆਣਾ ਵੀ ਸ਼ਾਮਲ ਹੈ ਉਹਦੇ 'ਚ ਅਨਡਿਵਾਈਡਡ ਪੰਜਾਬ ਤੋਂ ਪਾਕਿਸਤਾਨ ਵਿੱਚ ਮੈਂ ਕਿਹਾ ਕਿ ਭਾਈ ਇਹ ਜਿੱਦਾਂ ਕਿ ਹਰਿਆਣਾ ਦਾ ਹੀ ਇੱਕ ਹਵਲਦਾਰ ਉਮਰਾਓ ਸਿੰਘ ਬਾਅਦ 'ਚ ਆਨਰਰੀ ਕੈਪਟਨ ਅਸੀਂ ਸਾਡੇ ਉਹਨੇ ਵਰਲਡ ਵਾਰ 2 'ਚ ਉਹਨੇ ਐਡਾ ਵੱਡਾ ਕਾਰਨਾਮਾ ਕੀਤਾ ਉਹਨੂੰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ। ਜਵੰਦਾਰ ਨੰਦ ਸਿੰਘ ਨੂੰ ਵਿਕਟੋਰੀਆ ਕਰਾਸ ਮਿਲਿਆ। ਇਸ ਕਿਸਮ ਦੇ ਕਾਰਨਾਮੇ ਸਾਰਿਆਂ ਨੂੰ ਸਾਰੀਆਂ ਦੇਸ਼ ਦੀਆਂ ਭਾਸ਼ਾਵਾਂ 'ਚ ਉਲਥਾ ਕਰਵਾ ਕੇ ਕਿਤਾਬਾਂ ਛਾਪਿਆ ਜਾਵੇ ਔਰ ਤੁਸੀਂ ਇਹਦੇ ਬਾਰੇ ਮੁੱਦਾ ਉਠਾਇਆ ਕਿ ਨਹੀਂ ਉਠਾਇਆ ਮੈਨੂੰ ਨਹੀਂ ਲੱਗਦਾ ਕਿਤੇ ਉਠਾਇਆ ਮਗਰ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਬੋਰਡ 'ਚ 104 ਸਾਲਾਂ ਬਾਅਦ 100 ਸਾਲ ਦੀ ਜਦੋਂ ਵਰ੍ਹੇਗੰਢ ਮਨਾਈ ਗਈ ਉਦੋਂ ਮੈਂ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਸੀਗਾ ਅਤੇ ਬਾਅਦ 'ਚ ਹੁਣ ਐਜ਼ ਏ ਬਤੌਰ ਡਾਇਰੈਕਟ ਪ੍ਰਧਾਨ ਰਹਿੰਦੇ ਵੀ ਅਤੇ ਉੱਥੇ ਜਦੋਂ ਜਨਰਲ ਹਰਬਖਸ਼ ਸਿੰਘ ਨੇ ਇਹ ਗੱਲ ਮੁੱਦਾ ਉਠਾਇਆ ਅਤੇ ਸਾਨੂੰ ਉੱਥੇ 3-4-3.5 ਸਾਲ ਲੱਗੇ ਕਿ ਪੰਜਾਬ ਸਿੱਖਿਆ ਬੋਰਡ ਨਾਲ ਬੜਾ ਕੁਛ ਹੁੰਦਾ ਬੜੇ ਅਤੇ ਫਿਰ ਅਖੀਰ 'ਤੇ ਇਤਿਹਾਸ ਛੋਟੀ ਤੌਰ 'ਤੇ ਨਵਿੰਦਰ ਸਿੰਘ ਕਿਤਾਬ ਸ਼ਾਮਿਲ ਕੀਤਾ ਗਿਆ। ਹੁਣ ਤੁਸੀਂ ਗੱਲ ਕੀਤੀ ਅਸੀਂ ਅਤੇ ਫਿਰ ਐਜ਼ ਏ ਬਤੌਰ ਸਾਰਾਗੜ੍ਹੀ ਫਾਊਂਡੇਸ਼ਨ ਅਸੀਂ ਅਤੇ ਗਲਵਾਨ ਘਾਟੀ ਜਿਹੜੇ ਸ਼ਹੀਦ ਉਹਦੇ ਗੁਰਤੇਜ ਸਿੰਘ ਸੀ ਜਿਹੜਾ ਕਿ ਵੀਰ ਚੱਕਰ ਮਿਲਿਆ ਜਿਹਨੇ ਕਿ 4-5 ਚੀਨੀਆਂ ਨੂੰ ਮਾਰਿਆ ਸੀ ਅਸੀਂ ਉਹਦੇ ਮਾਂ ਪਿਓ ਨੂੰ ਸਨਮਾਨਿਤ ਕੀਤਾ ਫਿਰੋਜ਼ਪੁਰ। ਠੀਕ ਹੈ ਜੀ। ਫਿਰ ਇਹ ਤੋਂ ਇਲਾਵਾ ਸਾਡੀ ਸੰਸਥਾ ਅਤੇ ਸਾਡੀ ਦੇਖੋ ਸਾਡੀ ਸੰਸਥਾ 'ਚ ਉਸ ਸਮੇਂ ਵਾਈਸ ਪ੍ਰੈਜ਼ੀਡੈਂਟ ਸੀਗੇ ਸਾਰਾਗੜ੍ਹੀ ਬੀਬੀ ਕਮਲਜੀਤ ਕੌਰ ਗਿੱਲ ਅਤੇ ਹੁਣ ਵੀ ਸਾਡੇ ਨਾਲ ਜੁੜੇ ਨੇ ਹੁਣ ਐਜ਼ ਏ ਬਤੌਰ ਵਾਈਸ ਪ੍ਰੈਜ਼ੀਡੈਂਟ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਉਹਨਾਂ ਦੀ ਆਪਣੀ ਸੰਸਥਾ ਹੈ ਰਾਸੋ ਜਿੱਥੇ ਅੱਜ ਵੀ ਉਹ ਪ੍ਰੋਗਰਾਮ ਕਰਵਾ ਰਹੇ ਨੇ ਮੈਨੂੰ ਪਤਾ। ਠੀਕ ਹੈ ਜੀ। ਛੋਟੇ ਬੱਚਿਆਂ ਨੂੰ ਪੜ੍ਹਾਉਣ ਉਹਨਾਂ ਨੂੰ ਸਿੱਧੇ ਰਸਤੇ ਦਿਖਾਉਣ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਅਤੇ ਕਿ ਭਾਈ ਫੌਜ ਵਿੱਚ ਭਾਵੇਂ ਅਗਨੀਵੀਰ ਹੋ ਜਾਂ ਕਿਸੇ ਜਾਣਾ ਹੈ ਔਰ ਬਾਕੀ ਛੋਟੀਆਂ ਬੱਚਿਆਂ ਨੂੰ ਵੀ ਹੋਰ ਰੁਜ਼ਗਾਰ ਦੇ ਮੁਹੱਈਆ ਕਰਾਉਣ ਵਾਸਤੇ ਉੱਥੇ ਜਾ ਕੇ ਉਹ ਪ੍ਰਚਾਰ ਵੀ ਕਰਦੇ ਅਤੇ ਅੱਜ ਵੀ ਉੱਥੇ ਅੰਮ੍ਰਿਤਸਰ ਕਰ ਰਹੇ ਨੇ ਜ਼ਰੂਰ। ਮੈਂ ਕਹਿੰਦਾ ਕਿ ਇਸ ਕਿਸਮ ਦੀ ਲੋੜ ਹੈਗੀ ਹੈ ਸਾਡੇ ਜਿੰਨੀਆਂ ਵੀ ਸੰਸਥਾਵਾਂ ਨੇ ਕੇਵਲ ਸਿਰਫ ਰਾਸੋ ਦੀ ਗੱਲ ਨਹੀਂ ਮੈਂ ਕਿਹਾ ਬਾਕੀ ਹੋਰ ਸੰਸਥਾਵਾਂ ਵੀ ਇਹ ਬਲਕਿ ਇਹ ਤੋਂ ਪ੍ਰੇਰਨਾ ਰਹਿਣ ਅਤੇ ਆਪੋ ਆਪਣੇ ਢੰਗ ਨਾਲ ਸਕੂਲਾਂ ਕਾਲਜਾਂ ਜਾ ਕੇ ਅਸੀਂ ਵੀ ਕਰਦੇ ਰਹੇ ਉੱਥੇ ਇਹਦਾ ਪ੍ਰਚਾਰ ਨਹੀਂ ਹੋ ਰਿਹਾ ਜੋ ਕਿ ਹੋਣਾ ਚਾਹੀਦਾ ਜਾ ਕੇ ਪਤਾ ਲੱਗੇ ਨੌਜਵਾਨ ਪੀੜ੍ਹੀਆਂ ਨੂੰ ਉਹਨਾਂ ਨੂੰ ਕਿੱਦਾਂ ਨਸ਼ਿਆਂ ਤੋਂ ਦੂਰ ਕਰਨਾ ਇਹਦੇ ਬਾਰੇ ਵੀ ਅਸੀਂ ਬਹੁਤ ਸਾਰੀ ਚਰਚਾ ਜਿਹੜੀ ਹੈ ਕਰਦੇ ਰਹਿੰਦੇ ਹਾਂ। ਆਪਣਾ ਬ੍ਰਿਗੇਡੀਅਰ ਸਾਹਿਬ ਵੀ ਕਦੇ ਖੁਦਾ ਦਾਦ ਜਾਂ ਸਾਰਾਗੜ੍ਹੀ ਦੇ ਜਿਹੜੇ ਬਾਕੀ ਸ਼ਹੀਦ ਫੌਜੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਕਦੇ ਮਿਲਣ ਦੀ ਕੋਸ਼ਿਸ਼ ਕੀਤੀ ਕਦੇ ਮਿਲੇ ਹੋ? ਹਾਂਜੀ ਬਿਲਕੁਲ ਮਿਲਦੇ ਰਹੇ ਹਾਂ। ਜਿੱਦਾਂ ਮੈਨੂੰ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਉਦੋਂ ਡੈਲੀਗੇਸ਼ਨ ਆਇਆ ਸੀ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਸਾਰੇ ਜੋ ਜਾਂਦੇ ਰਹੇ ਹਾਂ ਫਿਰੋਜ਼ਪੁਰ ਅਤੇ ਉੱਥੇ ਤੇ ਮਿਲੇ ਵਿੱਚ ਪਿੰਡਾਂ ਜਾ ਕੇ ਮਗਰ ਮੈਂ ਦੱਸਣਾ ਚਾਹੁੰਦਾ ਇਹ 12 ਸਤੰਬਰ ਅਤੇ 1997 ਦੀ ਗੱਲ ਹੈ ਜਦੋਂ ਕਿ 100 ਸਾਲਾ
ਵਰ੍ਹੇਗੰਢ ਮਨਾਈ ਗਈ ਜਦੋਂ ਠੀਕ ਕਿ ਹੈ ਜੀ। ਸ਼ਤਾਬਦੀ ਬੁਲਾਈ ਗਈ ਤੇ ਉਹਦਾ ਪਰਿਵਾਰਾਂ ਦੇ ਉਹ ਜਿਹੜੇ ਮੈਂਬਰ ਸੀਗੇ ਹਾਂਜੀ ਉਹਨਾਂ ਦੇ ਤੀਜੀ ਚੌਥੀ ਹਾਂਜੀ ਤੇ ਉਹਨਾਂ ਦੇ ਨਾਲ ਵੀ ਅਸੀਂ ਸਾਰਿਆਂ ਨੂੰ ਮਿਲਿਆ ਉਦੋਂ, ਠੀਕ ਹੈ ਜੀ। ਕਿਉਂਕਿ ਉਹਨਾਂ ਨੂੰ ਸਨਮਾਨਿਤ ਕਰਨਾ ਸੀ। ਹੂੰ ਤੇ ਹੁਣ ਵੀ ਅਸੀਂ ਜਾਂਦੇ ਰਹੇ ਹਾਂ ਹੂੰ ਤੇ ਤਾਂ ਕਿ ਉਹਨਾਂ ਦੀ ਅੱਗੇ ਤੀਜੀ ਚੌਥੀ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦੇ ਬੱਚੇ ਅੱਗੋਂ ਕਈ ਹੂੰ। ਫੌਜ 'ਚ ਇੱਕ ਲੜਕੀ ਹੈਗੀ ਹੈ ਸੰਧੂ, ਉਹ ਵਿੰਗ ਕਮਾਂਡ ਸੌਰੀ ਸਕੁਆਡਰਨ ਲੀਡਰ ਬਣ ਚੁੱਕੀ ਠੀਕ ਹੈ ਇੱਦਾਂ ਜੀ। ਸਾਰਿਆਂ ਨੂੰ ਅਸੀਂ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਇਹਨਾਂ ਨੂੰ ਸਾਰੇ ਠੀਕ ਹੈ। ਜਾਏ ਤਾਂ ਕਿ ਅੱਗੋਂ ਨੌਜਵਾਨ ਪੀੜ੍ਹੀ ਨੂੰ ਮੋਟੀਵੇਟ ਵੀ ਕੀਤਾ ਜਾ ਸਕੇ। ਬਿਲਕੁਲ ਜੀ ਬਿਲਕੁਲ। ਤੇ ਖੁਦਾਦਾਦ ਦੇ ਪਰਿਵਾਰ ਨਾਲ ਕੋਈ ਮੁਲਾਕਾਤ ਹੋਈ ਜਾਂ ਕਿ ਨਹੀਂ, ਉਹਦਾ ਕੋਈ ਪਤਾ ਨਹੀਂ ਲੱਗਿਆ? ਖੁਦਾਦਾਦ ਦੇ ਪਰਿਵਾਰ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਇਤਿਹਾਸ ਵੀ ਬੜਾ ਡੂੰਘਾ ਜਿਹਾ ਹੈ। ਹਾਂਜੀ ਇਸ ਕਰਕੇ ਕਿਉਂਕਿ ਮੈਂ ਬਤੌਰ ਕਮਾਂਡਿੰਗ ਆਫਿਸਰ ਤੇ ਫਿਰ ਡਿਪਟੀ ਕਮਾਂਡਰ ਵੀ ਮੇਰਾ ਰਜੌਰੀ ਬੈਲਟ ਵਿੱਚ ਰਿਹਾ, ਪੁੰਛ ਵਿੱਚ ਵੀ ਰਜੌਰੀ, ਹੂੰ ਤੇ ਮੈਂ ਉਦੋਂ ਵੀ ਐਕਚੁਅਲੀ ਹੂੰ। ਬਾਬਾ ਬੰਦਾ ਸਿੰਘ ਬਹਾਦਰ ਦੇ ਹੂੰ ਉਹਦੇ ਸਥਾਨ ਬਾਰੇ ਖੋਜ ਕਰਦਿਆਂ ਤੇ ਮੈਨੂੰ ਪਤਾ ਚੱਲਿਆ ਉਦੋਂ। ਠੀਕ ਮੈਂ ਇਹਦੇ ਹੈ। ਬਾਰੇ ਲਿਖ ਵੀ ਚੁੱਕਿਆ ਬਾਬਾ ਬੰਦਾ ਸਿੰਘ ਬਹਾਦਰ ਠੀਕ ਦੇ, ਹੈ ਕੁਝ ਜੀ। ਸਾਲ ਪਹਿਲਾਂ ਮੇਰਾ ਲੇਖ ਵੀ ਆਇਆ। ਹੂੰ ਤੇ ਉਹ ਉਦੋਂ ਮੈਂ ਖੋਜ ਕਰਦਿਆਂ ਉਹਦੇ ਬਾਰੇ ਸੁਣਿਆ ਸੀ। ਉਹਦਾ ਦਰਅਸਲ ਪਤਾ ਨਹੀਂ ਚੱਲਿਆ ਹੂੰ ਕਿ ਉਹ ਕਿੱਥੋਂ ਫਿਰ, ਜਿੱਦਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਉੱਥੋਂ ਲੱਗਿਆ ਪਤਾ, ਉਹਨਾਂ ਦੇ ਸਥਾਨ ਤੇ ਵੀ ਮੈਂ ਗਿਆ ਹੂੰ ਕਿ ਖੁਦਾਦਾਦ ਉੱਥੋਂ ਚੱਲਿਆ, ਕਿੱਥੇ ਗਿਆ, ਕਿੱਦਾਂ ਆਇਆ ਤੇ ਉੱਥੇ ਲਾਗੇ ਚਾਗੇ ਕਿਸ ਤਰ੍ਹਾਂ ਭਰਤੀ ਹੋਇਆ। ਭਰਤੀ ਮਤਲਬ ਕਿ ਪਾਕਾ ਅਨਰੋਲ ਨਹੀਂ ਸੀਗਾ, ਹੂੰ। ਮਗਰ ਸ਼ਾਮਲ ਹੋਇਆ। ਮਗਰ ਉਹਦੀ ਪਰਿਵਾਰ ਉਹਦੇ ਜਿੱਦਾਂ ਬਾਕੀ ਸਾਡੇ ਹੂੰ ਇੱਕ ਹੀ ਸਿੱਖ ਜਦੋਂ ਉਹਨਾਂ ਦੇ ਇੱਕ ਮੇਰੇ ਖਿਆਲ ਭੋਲਾ ਸਿੰਘ ਛੱਡ ਕੇ ਹੂੰ ਇੱਕ ਉਹਨੂੰ ਛੱਡ ਕੇ ਉਹਦਾ ਨਹੀਂ ਥੋ ਪਤਾ ਚੱਲਿਆ। ਬਾਕੀ ਅੱਛਾ। ਸਾਰਿਆਂ ਦੇ ਪਰਿਵਾਰਾਂ, ਉਹਨਾਂ ਦੇ ਪਿੰਡ, ਉਹਨਾਂ ਦੇ ਪਰਿਵਾਰ ਦੇ ਮੈਂਬਰ ਅੱਗੋਂ ਹੂੰ। ਉਹਨਾਂ ਦੇ ਹੈਗੇ ਨੇ, ਪਰ ਇਹਦਾ ਨਹੀਂ ਪਤਾ ਚੱਲਿਆ। ਪਰ ਮੈਂ ਸਮਝਦਾ ਇਹਦਾ ਯੋਗਦਾਨ ਜਿਹੜਾ ਨਾ, ਅਸੀਂ ਕਹਿੰਦੇ ਆ ਕਿ ਰੰਗਰੇਟੇ ਗੁਰੂ ਕੇ ਬੇਟੇ, ਗੁਰੂ ਸਾਹਿਬ ਦਾ ਫਰਮਾਨ, ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਮੈਂ ਸਮਝਦਾ, ਜਿਹੜਾ ਕਿ ਆਖਰੀ ਹਥਿਆਰ ਚੁੱਕ ਕੇ ਇਹਨੇ ਆਪਣੀ ਮਿਹਨਤ ਬਿਲਕੁਲ ਜੀ। ਤੇ ਇਹਦੀ ਵੀ ਮੈਂ ਜਿੰਨੀ ਸ਼ਰਧਾਂਜਲੀ ਇਹਨੂੰ ਵੀ ਸ਼ਲਾਘਾ ਕੀਤੀ ਜਾਏ, ਸ਼ਰਧਾਂਜਲੀ ਭੇਟ ਕਰਨੇ ਉਹ। ਤੇ ਜੇਕਰ ਖੁਦਾਦਾਦ ਦੇ ਪਰਿਵਾਰ ਦਾ ਅੱਜ ਕੋਈ ਮੈਂਬਰ ਮਿਲ ਜਾਂਦਾ ਤਾਂ ਜਾਂ ਤੁਹਾਨੂੰ ਕਿਤੋਂ ਪਤਾ ਲੱਗ ਜਾਂਦਾ ਤਾਂ ਫਿਰ ਉਹਨੂੰ ਤੁਸੀਂ ਕਿਸ ਤਰ੍ਹਾਂ ਲਓਗੇ, ਕਿਸ ਨਹੀਂ, ਤਰ੍ਹਾਂ ਫਿਰ ਉਹਨੂੰ ਮਿਲੋਗੇ? ਤੇ ਅਸੀਂ ਹਾਈਲਾਈਟ ਕਰਾਂਗੇ। ਦੇਖੋ ਜੇ ਪਤਾ ਕਰ ਬੜੀ ਖੋਜ ਹੋਈ ਸਾਡੀ ਸੰਸਥਾ ਵੱਲੋਂ ਵੀ, ਹੂੰ ਸਾਡੇ ਬਾਕੀ ਮੈਂਬਰ ਜਿਹੜੇ ਨੇ ਉਹ ਕਰਦੇ ਰਹੇ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰਜੌਰੀ ਤੇ ਬਿਲਕੁਲ ਮੈਂ ਜੀ, ਜਾ ਕੇ ਹਾਂਜੀ। ਉਦੋਂ ਬਿਲਕੁਲ। ਤੇ ਮੇਰਾ ਇਹ ਸਾਰਾਗੜ੍ਹੀ ਫਾਊਂਡੇਸ਼ਨ ਨਾਲ ਕੋਈ ਸ਼ੁਰੂਆਤ ਵੀ ਨਹੀਂ ਸੀ ਹੋਈ, ਮਗਰ ਬਤੌਰ ਐਜ਼ ਏ ਮੈਂ ਦੇ ਰਿਸਰਚ ਕਰਨ ਦੇ ਤੌਰ ਤੇ ਹੂੰ। ਤੇ ਜੇ ਮਿਲ ਜਾਏਗਾ ਤੇ ਉਹਨੂੰ ਅਸੀਂ ਫਿਰ ਬੇਨਤੀ ਕਰਾਂਗੇ ਸਾਰੇ ਪੰਜਾਬ ਸਰਕਾਰ ਨੂੰ, ਨਹੀਂ ਕੇਵਲ ਕੇਂਦਰ ਸਰਕਾਰ ਨੂੰ ਵੀ, ਹੂੰ। ਕਿ ਇਹਨੂੰ, ਇਹਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਦਿੱਲੀ ਬੁਲਾ ਕੇ, ਪੰਜਾਬ ਚੀਫ ਮਿਨਿਸਟਰ ਆਪਣੇ ਬੁਲਾ ਕੇ ਸਨਮਾਨਿਤ ਕੀਤਾ ਜਾਏ ਤੇ ਉਸ ਕਿਸਮ ਦੇ ਅਵਾਰਡ ਦੇ ਬਰਾਬਰ ਇਹਨੂੰ, ਇਸ ਪ੍ਰਾਉਡ ਨੂੰ ਮਰਨ ਉਪਰੰਤ ਹੂੰ ਆਫਟਰ ਦੀ ਡੈਥ ਹੁੰਦਾ ਬਿਲਕੁਲ ਜੀ। ਤੇ ਉਹਨੂੰ ਅਵਾਰਡ ਉਹਨਾਂ ਦੇ ਪਰਿਵਾਰ ਜੇ ਮਿਲ ਜਾਏ ਤੇ। ਬਿਲਕੁਲ। ਔਰ ਅਸੀਂ ਇਤਿਹਾਸਕਾਰਾਂ ਨੂੰ ਵੀ ਤੇ ਇਹ ਵੀ ਅਪੀਲ ਕਰਾਂਗੇ ਕਿ ਇਹਨੂੰ ਹਾਈਲਾਈਟ ਕੀਤਾ ਜਾਏ ਉਸ ਸਮੇਂ। ਅਸੀਂ ਵੀ ਉਜਾਗਰ ਕਰਦੇ ਰਹਾਂਗੇ। ਬਹੁਤ ਵੱਡਾ ਉਦਮ ਹੋਏਗਾ ਇਹ ਵੀ ਤੁਹਾਡਾ। ਤੇ ਬ੍ਰਿਗੇਡੀਅਰ ਸਾਹਿਬ ਵੀ ਆਪਣਾ ਜਿਹੜਾ ਪੰਥਕ ਨਜ਼ਰ ਪ੍ਰੋਗਰਾਮ ਦਾ ਸਮਾਂ ਬਹੁਤ ਘੱਟ ਰਹਿ ਗਿਆ, ਤੇ ਪਰ ਤੁਸੀਂ ਇੱਕ ਸ਼ੱਕ ਜ਼ਾਹਿਰ ਕੀਤਾ ਸੀਗਾ ਅਗਨੀ ਪਥ ਦਾ, ਅਗਨੀ ਜਿਹੜੇ ਕਿਸ ਤਰ੍ਹਾਂ ਜਾਣੀ ਕਿ ਅੱਗੇ ਹੋਏਗਾ, ਕਿਉਂਕਿ ਹੁਣ ਜੇ ਅਸੀਂ ਗੱਲ ਕਰੀਏ ਵੀ ਸਾਰਾ ਗੜੀ ਦੇ ਵਿੱਚ 21 ਨਹੀਂ 22 ਜਾਣਿਆਂ ਨੇ, ਸਿਰਫ 22 ਜਾਣਿਆਂ ਨੇ 10,000 ਹੋਰ ਐਡੀ ਵੱਡੀ ਫੌਜ ਦਾ ਮੁਕਾਬਲਾ ਕਰ ਲਿਆ, ਤੇ ਫਿਰ ਜਿਹੜੇ ਹੁਣ ਅਗਨੀਪਥ ਯੋਜਨਾ ਦੇ ਵਿੱਚ ਅਗਨੀਵੀਰ ਜਾਣਗੇ ਉਹ ਕਿਸ ਤਰ੍ਹਾਂ ਮੁਕਾਬਲਾ ਕਰ ਸਕਣ? ਕੀ ਉਹ ਇਸ ਤਰ੍ਹਾਂ ਦਾ ਕੋਈ ਇਤਿਹਾਸ ਰਚ ਸਕਣਗੇ? ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ, ਕਿਉਂਕਿ ਦੇਖੋ ਉਸ ਵੇਲੇ ਟ੍ਰੇਨਿੰਗ, ਪਹਿਲੀ ਗੱਲ ਹੈ ਜਿਹੜੀ ਸਿਲੈਕਸ਼ਨ ਹੁੰਦੀ ਸੀ ਬੜੀ ਸਖਤੀ, ਉੱਥੋਂ ਜਾ ਕੇ ਅੰਗਰੇਜ਼ ਆਪਣੀਆਂ ਉਹਨਾਂ ਦੀ ਟੀਮਾਂ ਜਾ ਕੇ ਪਿੰਡਾਂ ਦੇ ਵਿੱਚ ਉਹ ਨੰਬਰਦਾਰ ਨੂੰ ਅਪਰੋਚ ਕਰਕੇ, ਦੂਜਾ ਉੱਥੋਂ ਉਹ ਜਿਹੇ ਚੁਣੇ ਜਾਂਦੇ ਸਨ ਜਿਨ੍ਹਾਂ ਦੇ ਅਣਖੀ ਸੂਰਬੀਰ, ਯੋਧੇ, ਫਰਕ ਦੇ ਡੌਲਿਆਂ ਵਾਲੇ ਤੇ ਚਟਾਨਾਂ ਵਰਗੀਆਂ ਛਾਤੀਆਂ, ਉਹਨਾਂ ਨੂੰ ਚੁਣਿਆ ਜਾਂਦਾ ਸੀ। ਔਰ ਹੁਣ ਸਿਖਲਾਈ, ਬੜੀ ਸਖਤ ਸਿਖਲਾਈ ਦਿੱਤੀ ਉਹਨਾਂ ਦਾ। ਜਨਮ ਹੀ ਤਾਂ ਉਹ ਦੇਖੋ ਇਹ ਕਰਮ ਭੂਮੀ, ਉਹਨੇ ਕਰਮ ਭੂਮੀ ਕਿਹੜੀ ਸੀ, ਇਹੋ ਹੀ। ਉਦੋਂ ਤੇ ਜੰਗਾਂ ਹੀ ਹੁੰਦੀਆਂ ਸਨ, ਬਿਲਕੁਲ ਜੀ। ਤੇ ਉਸ ਸਮੇਂ ਹੁੰਦੀਆਂ ਰਹੀਆਂ ਤੇ ਉਦੋਂ ਉਹਨਾਂ ਨੂੰ ਚੁਣਿਆ ਗਿਆ। ਹੁਣ ਅਗਨੀਵੀਰ ਦੀ ਛੋਟੀ ਜਿਹੀ ਟ੍ਰੇਨਿੰਗ 6 ਮਹੀਨੇ ਕਰ ਲਓ ਜਾਂ ਸਾਲ, ਉਦੋਂ ਬਾਅਦ 4 ਸਾਲਾਂ ਬਾਅਦ ਉਹਨਾਂ ਨੂੰ ਵਾਪਸ ਕਰ ਦਿਓ, ਵਿੱਚੋਂ ਰੱਖ ਲਓ, ਤੇ 15 ਸਾਲ ਦੇ ਬਾਅਦ ਫਿਰ ਛੁੱਟੀ ਹੈ। ਤੇ ਕਈ ਉਹ ਭਾਰਤੀ ਫੌਜ ਦੇ ਵਿੱਚ ਬਤੌਰ ਟੈਂਪਰੇਰੀ ਹੋ ਕੇ ਇਸ ਕਿਸਮ ਪ੍ਰਦਰਸ਼ਨ ਕਰ ਸਕਣਗੇ, ਮੈਨੂੰ ਸ਼ੱਕ ਹੈ। ਬਿਲਕੁਲ, ਤੁਸੀਂ ਜਿਹੜਾ ਕਿ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਸ ਲਈ, ਇਸ ਸ਼ੱਕ ਨੂੰ ਦੂਰ ਕਰਨ ਲਈ ਸਰਕਾਰ ਨੂੰ ਕੁਛ ਨਾ ਕੁਛ ਨਵਾਂ ਜ਼ਰੂਰ ਕਰਨਾ ਚਾਹੀਦਾ। ਸਰਕਾਰ ਨੂੰ ਸੋਚਣਾ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਪਹਿਲੀ ਗੱਲ ਹੈ ਕਿ ਜੋ ਪਰਮਾਨੈਂਟ ਸਿਲਸਿਲਾ ਚੱਲ ਰਿਹਾ ਸੀ ਭਰਤੀ ਦਾ,
ਉਹਨੂੰ ਪਾਰਸ਼ਲੀ ਨਾਲ ਚਾਲੂ ਰੱਖਦੇ, ਜਿਹੜੇ ਕਿ ਬੱਚੇ ਉਦੋਂ ਸਿਲੈਕਟ ਹੋ ਗਏ ਸਨ, ਬੁਲਾਇਆ ਨਹੀਂ ਗਿਆ, 2 ਸਾਲ ਸਮਾਂ ਬਰਬਾਦ ਹੋ ਗਿਆ, ਉਹਨੂੰ ਚਾਲੂ ਰੱਖੇ ਆਸਤਾ ਆਸਤਾ। ਔਰ ਇਹਨਾਂ ਨੂੰ 15 ਸਾਲ ਤੋਂ ਜਿਹੜੇ ਯੋਗ ਅੱਗੋਂ ਜਾਏ ਜਾਂਦੇ ਨੇ, ਉਹ ਅੱਗੇ ਤਾਂ ਕਰੇ, ਇਹਨੂੰ ਰਿਵਿਊ ਕਰੇ 1 ਸਾਲ ਦੇ ਬਾਅਦ, ਇੱਕ ਸਥੰਭ ਆਪਣਾ ਕੋਈ ਹੁਕਮਨਾਮਾ ਠੋਕ ਦੇਣਾ, ਠੋਸ ਦੇਣਾ ਸਮਾਜ ਦੇ ਉੱਪਰ, ਉਹਨਾਂ ਨੌਜਵਾਨਾਂ ਦੇ ਉੱਪਰ। ਬੇਰੁਜ਼ਗਾਰੀ ਤੋਂ ਪਹਿਲਾਂ ਹੀ ਤੰਗ ਹੈ, ਇੰਨੀ ਬੁਰੀ ਹਾਲਤ ਹੈ, ਤਾਂ ਉਹਨਾਂ ਦੇ ਉੱਤੇ ਉਹ ਜਾਇਜ਼ ਨਹੀਂ। ਇਹਨੂੰ ਰਿਵਿਊ ਕੀਤਾ ਜਾਏ। ਮੈਂ ਕਹਿੰਦਾ ਸ਼ੁਰੂ ਤੋਂ ਕਰ ਦਿੱਤਾ, ਭਰਤੀ ਜਾਰੀ ਹੈ, ਬੜਾ ਕੁਝ ਹੋ ਰਿਹਾ ਸਾਰੀ ਜਗ੍ਹਾ 'ਤੇ, ਕਿਉਂਕਿ ਬੇਰੁਜ਼ਗਾਰੀ ਨਹੀਂ ਹੈ। ਤੁਸੀਂ 4 ਸਾਲਾਂ ਦੀ ਗੱਲ ਕਰਦੇ ਹੋ, 4 ਮਹੀਨਿਆਂ ਵਾਸਤੇ ਅਗਰ ਨੌਜਵਾਨ ਰੁਜ਼ਗਾਰ ਨਹੀਂ ਤਾਂ ਭੱਜਾ ਜਾਏਗਾ। ਇਸ ਵਾਸਤੇ ਇੱਕ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ, ਕੇਂਦਰ ਸਰਕਾਰ ਨੂੰ, ਰੱਖਿਆ ਮੰਤਰੀ, ਪ੍ਰਧਾਨ ਮੰਤਰੀ ਨੂੰ, ਕਿ 1 ਸਾਲ ਬਾਅਦ ਰਿਵਿਊ ਕੀਤਾ ਜਾਏ, ਇਹਦੇ ਬਾਰੇ ਫੀਡਬੈਕ ਲਈ ਜਾਏ। ਫੌਜ ਦਾ ਵੀ ਜਦੋਂ ਹੁਕਮ ਦਿੱਤਾ, ਕਮਾਂਡਰ ਦਿੱਤਾ, ਤੇ ਉਹ ਪੂਰੀ ਰੈਕੀ ਕਰਕੇ ਪੂਰਾ ਦੇਖ ਕੇ ਕਿੱਥੇ ਦੁਸ਼ਮਣ ਕਿੱਦਾਂ ਅਟੈਕ ਕਰਨਾ, ਕੀ ਕਰਨਾ। ਤੇ ਇੱਥੇ ਵੀ ਚਾਹੀਦਾ ਇਹਨਾਂ ਨੂੰ ਆਰਡਰ। ਪਾਰਲੀਮੈਂਟ ਦੇ ਵਿੱਚ ਤਾਂ ਚਲੋ ਬਹੁਮਤ ਹੋਇਆ ਤੇ ਪਾਸ ਕਰਵਾਤੇ ਸਾਰੇ ਕਾਨੂੰਨ, ਮਗਰ ਗਰਾਊਂਡ ਲੈਵਲ ਜਿਹੜੀ ਹੈ ਕਿ ਉਹ ਜਿਹੜਾ ਗਰਾਊਂਡ ਜ਼ੀਰੋ ਤੇ ਕੀ ਵਾਪਰ ਰਿਹਾ, ਉਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ, ਉਹਦੇ ਵੱਲ ਧਿਆਨ ਲੈਣਾ ਚਾਹੀਦਾ। ਫੀਡਬੈਕ ਉੱਥੋਂ ਜ਼ਰੂਰੀ ਹੁੰਦੀ ਹੈ ਤੇ ਰਿਵਿਊ ਕਰੇ ਸਰਕਾਰ, ਇਹੋ ਸਾਡੀ ਅਪੀਲ ਹੈ। ਬਿਲਕੁਲ ਠੀਕ ਹੈ ਜੀ। ਬ੍ਰਿਗੇਡੀਅਰ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਦੇ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਰਾ ਗੜੀ ਦੇ ਉਹਨਾਂ 22 ਜੰਗਜੂਆਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਇੱਕ ਵੱਖਰਾ ਹੀ ਇਤਿਹਾਸ ਸਿਰਜਿਆ ਸੀ। ਸੋ ਅੱਜ ਦੀ 125ਵੀਂ ਵਰ੍ਹੇਗੰਢ 'ਤੇ ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਕਿ ਨਮਨ ਕਰਦੇ ਹਾਂ, ਸ਼ਰਧਾਂਜਲੀ ਭੇਂਟ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜੰਗਜੂ ਜਿਹੜੇ ਆ ਕਿ ਹਮੇਸ਼ਾ ਹੀ ਪੈਦਾ ਹੁੰਦੇ ਰਹਿਣਗੇ ਅਤੇ ਜਿਹੜੀਆਂ ਕਿ ਜੰਗਾਂ ਦੀਆਂ ਜਿੱਤਦੇ ਰਹਿਣਗੇ। ਸੋ ਅੱਜ ਦੀ ਪੰਥਕ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਰਾ ਗੜੀ ਦੀ ਜਿਹੜੀ ਗੱਲਬਾਤ ਕੀਤੀ ਗਈ ਆ, ਉਹਦੇ ਲਈ ਵੀ ਅਸੀਂ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ, ਰੱਖਿਆ ਵਿਸ਼ੇਸ਼ਲਕ ਤੇ ਕਾਲਮ ਨਵੀਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਅੱਜ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ। ਅਤੇ ਸੋ ਦਿਓ ਇਜਾਜ਼ਤ। ਇਸ ਪੰਥਕ ਨਜ਼ਰ ਪ੍ਰੋਗਰਾਮ ਨੂੰ ਦੁਬਾਰਾ ਦੇਖਣ ਲਈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਚੈਨਲਾਂ ਨੂੰ। ਸੋ ਦਿਓ ਇਜਾਜ਼ਤ। ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।